लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। खालसा वाहिगुरु जी की फतेह। अंग है 401। ਹੁਣ तक 121 शब्द संपूर्ण होए ने। आसा महला पंजवा। अंतर गावो बाहर गावो, गावो जाग सवारी। संग चलन को तो सादीना, गोविंद नाम के व्यवहारी। हाँ जी। आसा महला पंजवा। अंतर गावो बाहर गावो, गावो जाग सवारी। संग चलन को तो सादीना, गोविंद नाम के व्यवहारी। असव बिसारी बिसारी, अवर बिसारी बिसारी, अवर बिसारी बिसारी। नाम दान गुरपूरै दियो, मैं एहो आधारी। रहाओ दुखन गावो सुख पी गावो, मार्ग पंथ समारी। नाम दृढ़ गुर मन में दिया, मोरी तिसै बुझारी। जिन पी गावो रैनी गावो, गावो सास सास रसनारी। सत संगत में विसास होए, हर जीवत मर्त संगारी। जन नानक को ए दान देहो प्रभु, पावो संत रेन उरतारी। सर्वणी कथा नैन दर्श पेखों, मस्तक गुर चरणारी। आसा महला पंजवा। अंतर गावो बाहर गावो, गावो जाग सवारी। संग चलन को तो सादीना, गोविंद नाम के व्यवहारी। महाराज नाम सिमरन की गल करते ने, क्योंकि पहले शब्द विच चितवों चितव चितव सुख पावों, सिमरदा हाँ आगे भावों के ना भावों। क्योंकि आम एक सवाल साडे मनां च आउंदा है, क्वेश्चन आउंदे रहिंदे ने कि जी बाणी ते पढ़दे आ, सिमरन ते करदे आ, पर मन नहीं टिकदा। ये पहला सवाल है। ते मारे कहने तू लगा रहो, ये मन हौली हौली अपने आप ही टिक जाएगा। लगा कि मेरा कहने जदों भी तेनू चेता आउंदा, जदों भी तेरा समा मिलदा है, कोई समा नहीं है सिमरन करन दा, याद करन दा प्रभु नू, कोई समा नहीं है। जिस वेले भी उठदियां बहदियां तुरदियां फिरदियां जदों भी तेनू समा लगदा है, तू उदों गा। कोई रोक नहीं रखी महाराज सानू किसी किस्म की।
ਇੱਥੇ ਵੀ ਮੈਂ ਕਹਿੰਦੇ ਅੰਤਰ ਗਾਵੋਂ ਬਾਹਰ ਗਾਵੋਂ, ਅੰਦਰੋਂ ਵੀ ਬਾਹਰ ਵੀ ਬਾਹਰੋਂ ਵੀ ਗਾਉਂਦਾ ਹਾਂ। ਗਾਵੋਂ ਜਾਗ ਸਵਾਰੀ, ਜਾਗਦਾ ਹੋਇਆ ਸੁੱਤਾ ਹੋਇਆ ਵੀ, ਉਠਤ ਬੈਠਤ ਸੋਵਤ ਨਾਮ, ਇਹ ਅਵਸਥਾ ਹੈ ਕਿਉਂਕਿ ਮਨ ਅੰਦਰ ਜੁੜਿਆ ਹੋਇਆ ਹੈ। ਸੰਗ ਚਲਨ ਕੋ ਤੋ ਸਾਦੀਨਾ, ਗੋਬਿੰਦ ਨਾਮ ਕੇ ਵਿਵਹਾਰੀ, ਕਿਉਂਕਿ ਅਸੀਂ ਜ਼ਿੰਦਗੀ 'ਚ ਮੁਸਾਫਰ ਹਾਂ, ਚੱਲ ਰਹੇ ਹਾਂ ਹਰ ਰੋਜ਼ ਆਪਣੀ ਜ਼ਿੰਦਗੀ 'ਚ। ਇਹ ਸਾਥ ਸਾਡੇ ਰਾਹ ਦੇ ਵਿੱਚ ਜਾਣ ਵਾਲਾ ਅਸਲੀ ਤੋਸਾ, ਸਾਡੀ ਅਸਲੀ ਖੁਰਾਕ ਜੀਵਨ ਦੀ, ਇਸ ਆਤਮਾ ਦੀ ਖੁਰਾਕ ਹੈ, ਇਹਨੂੰ ਤੋਸਾ ਕਹਿੰਦੇ ਨੇ ਮਹਾਰਾਜ। ਇਹ ਬੜੀ ਵਧੀਆ ਖੁਰਾਕ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਜੇ ਲੰਬਾ ਸਫ਼ਰ ਹੋਵੇ ਤਾਂ ਆਪਾਂ ਰਸਤੇ 'ਚ ਕੁਝ ਬਣਾ ਕੇ ਲੈ ਲੈਂਦੇ ਹਾਂ ਨਾਲ ਖਾਣ ਵਾਸਤੇ, ਤਾਂ ਕਿ ਜਦੋਂ ਸਾਨੂੰ ਭੁੱਖ ਲੱਗੇ ਅਸੀਂ ਖਾ ਲਈਏ। ਇਸ ਕਰਕੇ ਇਹ ਰਸਤੇ ਦਾ, ਜ਼ਿੰਦਗੀ ਦੇ ਸਫ਼ਰ ਦਾ ਇਹ ਨਾਮ ਤੋਸਾ ਹੈ। ਮਹਾਰਾਜ ਕਹਿੰਦੇ ਜਿਹੜੇ ਤੇਰੇ ਨਾਮ ਦੇ ਵਿਹਾਰੀ ਨੇ ਨਾ, ਤੇਰੇ ਨਾਮ ਦਾ ਵਿਹਾਰ ਕਰਨ ਵਾਲੇ ਨੇ, ਉਹਨਾਂ ਦੀ ਜਿਹੜੀ ਜੀਵਨ ਦੀ ਜਾਂਚ ਇਸ ਤਰ੍ਹਾਂ ਹੈ, ਉਹ ਤੇ ਇਸ ਨੂੰ ਖਾਂਦੇ ਨੇ, ਭੋਗਦੇ ਨੇ, ਕਿਉਂਕਿ ਗਿਆਨੀਆਂ ਕਾ ਭੋਜਨ ਨਾਮ ਹੈ। ਅਵਰ ਬਿਸਾਰੀ ਬਿਸਾਰੀ, ਨਾਮ ਦਾਨ ਗੁਰਪੂਰੈ ਦਿਓ, ਮੈਂ ਇਹੋ ਆਧਾਰੀ। ਮਹਾਰਾਜ ਰਹਾਉ ਦੀ ਪੰਕਤੀ 'ਚ ਕਹਿੰਦੇ ਨੇ ਕਿ ਅਵਰ ਬਿਸਾਰੀ ਬਿਸਾਰੀ, ਬਾਕੀ ਦੁਨੀਆ ਦੀਆਂ ਜੋ ਰੀਤਾਂ ਸਨ ਮੈਂ ਵਿਸਾਰ ਦਿੱਤੀਆਂ, ਬਾਕੀ ਸਭ ਕੁਝ ਤਿਆਗਤਾ। ਵੀ ਮੈਂ ਜੀ ਪਾਠ ਕਰਦਾ, ਮੈਂ ਜੀ ਇੰਨੇ ਆਹ ਕੰਮ ਕਰਦਾ, ਮੈਂ ਦਾਨ ਕਰਦਾ, ਮੈਂ ਪੁੰਨ ਕਰਦਾ, ਮੈਂ ਜੋਤਸ਼ੀ ਕੋਲੇ ਜਾਣਾ, ਮੈਂ ਉਹਦੇ ਕੋਲੇ ਜਾਣਾ, ਮੈਂ ਕਹਿੰਦੇ ਸਭ ਕੁਝ ਵਿਸਾਰ ਦਿੱਤਾ, ਤਿਆਗ ਦਿੱਤਾ, ਭੁੱਲ ਗਿਆ। ਅਵਰ ਬਿਸਾਰੀ ਬਿਸਾਰੀ, ਨਾਮ ਦਾਨ ਗੁਰਪੂਰੈ ਦਿਓ, ਪ੍ਰਮਾਤਮਾ ਨੇ ਨਾਮ ਦੀ ਦਾਤ, ਇਹ ਦਾਨ ਝੋਲੀ ਵਿੱਚ ਪਾਇਆ ਪੂਰੇ ਗੁਰੂ ਨੇ। ਮੈਂ ਇਹੋ ਆਧਾਰੀ, ਹੁਣ ਮੇਰਾ ਆਸਰਾ ਹੀ ਇਹ ਹੋ ਗਿਆ, ਬਸ ਮੇਰਾ ਆਧਾਰ ਇਹ ਹੈ ਹੁਣ ਨਾਮ। ਰਹਾਓ ਦੁਖਨ ਗਾਵੋਂ ਸੁਖ ਪੀ ਗਾਵੋਂ, ਮਾਰਗ ਪੰਥ ਸੰਭਾਰੀ, ਕਹਿੰਦੇ ਮੈਂ ਤੇ ਉਹਨੂੰ ਗਾਉਂਦਾ ਰਹਿਣਾ, ਦੁੱਖ ਵਿੱਚ ਵੀ ਸੁੱਖ ਵਿੱਚ ਵੀ, ਰਸਤੇ 'ਚ ਚੱਲਦਿਆਂ ਹੋਇਆਂ ਤੁਰਦਿਆਂ ਹੋਇਆਂ ਵੀ, ਕਹਿੰਦੇ ਮੈਂ ਤੇ ਗਾਉਂਦਾ ਰਹਿਣਾ, ਸੌਣ ਲੱਗਿਆਂ ਵੀ ਗਾਉਣਾ। ਆਪਾਂ ਬੇਨਤੀ ਕਈ ਵਾਰ ਕੀਤੀ ਹੈ ਕਿ ਅਭਿਆਸ ਕਰ ਲਈਏ, ਜੇ ਹੋਰ ਨਹੀਂ ਸਮਾਂ ਮਿਲਦਾ, ਆਪਾਂ ਗ੍ਰਸਤੀ ਲੋਕ ਹਾਂ, ਸੌਣ ਤੋਂ ਪਹਿਲਾਂ ਅਸੀਂ ਮਰਨ ਦਾ ਅਭਿਆਸ ਕਰਦੇ ਹਾਂ। ਸੌਣਾ ਸਾਡੀ ਛੋਟੀ ਮੌਤ ਹੈ, ਹਰ ਰੋਜ਼ ਅਸੀਂ ਮਰਨ ਦਾ ਅਭਿਆਸ ਕਰਦੇ ਹਾਂ। ਵੇਖ ਲਓ, ਕਹਿੰਦੇ ਸੌਣ ਤੋਂ ਪਹਿਲਾਂ ਜੇ ਤੂੰ ਪੜ੍ਹ ਲੈ ਸੋਹਿਲਾ ਬਾਣੀ, ਸੌਣ ਤੋਂ ਪਹਿਲਾਂ ਤੂੰ ਸਿਮਰਨ ਕਰਕੇ ਸੌਵੇਂ ਤਾਂ ਨੀਂਦ ਸੁਖਾਲੀ ਆ ਜਾਏਗੀ। ਨਹੀਂ ਤੇ ਲੋਕ ਗੋਲੀਆਂ ਖਾ ਖਾ ਸੌਂਦੇ ਨੇ, ਵੇਖਦੇ ਆ ਲੋਕਾਂ ਨੂੰ ਨੀਂਦ ਵੀ ਨਹੀਂ ਆਉਂਦੀ, ਮੌਤ ਵੀ ਨਹੀਂ ਆਉਂਦੀ, ਮੌਤ ਵੀ ਐਂ ਦੁਖੀ ਕਰਦੀ ਹੈ। ਤੇ ਜਿਹੜੇ ਅਭਿਆਸੀ ਨੇ ਉਹ ਮਰਨ ਲੱਗਿਆਂ ਵੀ ਇਸ ਤਰ੍ਹਾਂ ਇਹ ਸਰੀਰ ਨੂੰ ਛੱਡ ਜਾਂਦੇ ਨੇ। ਇਸ ਕਰਕੇ ਉਹਨਾਂ ਦਾ ਅਭਿਆਸ ਬਣ ਗਿਆ, ਉਹ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸੌਣ ਲੱਗਿਆਂ ਮਰ ਕਹਿੰਦੇ ਜਦੋਂ ਵੀ ਤੈਨੂੰ ਸਮਾਂ ਮਿਲਦਾ ਤੂੰ ਉਹਨੂੰ ਗਾ, ਉਹਨੂੰ ਸਿਮਰ। ਨਾਮ ਦ੍ਰਿੜ ਗੁਰ ਮਨ ਮੈਂ ਦੀਆ, ਮੋਰੀ ਤਿਸਾ ਬੁਝਾਰੀ। ਇਸ ਢੰਗ ਨਾਲ ਗੁਰੂ ਨੇ ਸਾਨੂੰ ਨਾਮ ਦ੍ਰਿੜ ਕਰ ਦਿੱਤਾ, ਸਾਡੇ ਮਨ 'ਚ ਪੱਕਾ ਕਰ ਦਿੱਤਾ। ਹੁਣ ਕਹਿੰਦੇ ਸਾਡੀਆਂ ਤ੍ਰਿਸ਼ਨਾਵਾਂ ਬੁਝ ਗਈਆਂ। ਤ੍ਰਿਸ਼ਨਾਵਾਂ ਹੀ ਮਨ ਨੂੰ ਭਜਾਈ ਫਿਰਦੀਆਂ ਸੀ, ਕਹਿੰਦੇ ਤ੍ਰਿਸ਼ਨਾਵਾਂ ਬੁਝ ਗਈਆਂ। ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਵਿਰਲੇ ਵਿਰਲੇ ਨੇ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ, ਗੁਰੂ ਬਖਸ਼ਿਸ਼ ਕਰਦਾ ਹੈ। ਦਿਨ ਪੀ ਗਾਵੋ ਰਹਿਣੀ ਗਾਵੋ, ਗਾਵੋ ਸਾਸ ਸਾਸ ਰਸ ਨਾਰੀ। ਅਗਲੀ ਗੱਲ ਕਹਿੰਦੇ ਦਿਨ ਵੀ ਰਾਤ ਨੂੰ ਵੀ, ਜੇ ਮੇਰੀ ਡਿਊਟੀ ਰਾਤ ਦੀ ਹੈ, ਮੈਂ ਰਾਤ ਨੂੰ ਜਾ ਰਿਹਾ, ਕਹਿੰਦੇ ਉਦੋਂ ਵੀ ਗਾ ਰਿਹਾ। ਜੇ ਰਾਤ ਨੂੰ ਜਾਗਣਾ ਪੈ ਗਿਆ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣ ਜਾਗ, ਕਹਿੰਦੇ ਕੋਈ ਗੱਲ ਨਹੀਂ। ਇਸ ਕਰਕੇ ਦਿਨ ਵੀ ਰਾਤ ਵੀ ਮੈਂ ਗਾਉਂਦਾ ਹਾਂ। ਗਾਵੋ ਸਾਸ ਸਾਸ ਰਸ ਨਾਰੀ, ਪਰ ਕਿਵੇਂ ਗਾਉਣਾ? ਸਵਾਸ ਸਵਾਸ ਇਸ ਰਸਨਾ ਨਾਲ ਰਸ ਲੈ ਲੈ ਕੇ, ਆਨੰਦ ਲੈ ਲੈ ਕੇ ਗਾਉਣਾ। ਸਤ ਸੰਗਤ ਮੈਂ ਵਿਸ਼ਵਾਸ ਹੋਏ, ਹਰ ਜੀਵਤ ਮਰਤ ਸੰਗਾਰੀ। ਕਹਿੰਦੇ ਸਤ ਸੰਗਤ ਵਿੱਚ ਆਇਆ ਤਾਂ ਮਨ ਨੂੰ ਇਹ ਵਿਸ਼ਵਾਸ ਵੱਜ ਗਿਆ, ਪੱਕਾ ਯਕੀਨ ਹੋ ਗਿਆ ਕਿ ਹਰੀ ਉਹ ਪ੍ਰਮਾਤਮਾ ਜਿਉਂਦੇ ਵੀ ਤੇ ਮਰਨ ਤੋਂ ਬਾਅਦ ਵੀ ਸੰਗ ਕਰਨ ਵਾਲਾ ਹੈ, ਸਾਥ ਦੇਣ ਵਾਲਾ ਹੈ। ਇਹ ਗੱਲ ਸੰਗਤ ਵਿੱਚ ਆ ਕੇ ਕਹਿੰਦੇ ਮਨ ਨੂੰ ਪੱਕਾ ਯਕੀਨ ਹੋ ਗਿਆ ਕਿ ਪ੍ਰਮਾਤਮਾ ਸਾਡਾ ਸਹਾਇਤਾ ਕਰਨ ਵਾਲਾ ਹੈ। ਉਦੋਂ ਸਮਝਾਈ ਕਿ ਸਦਾ ਅੰਗ ਸੰਗੇ ਅਪੰਗੰ ਪਬੂਤੇ। ਉਹ ਪ੍ਰਮਾਤਮਾ
ਸਾਡੇ ਅੰਦਰ ਵੀ ਸਾਡੀ ਸਹਾਇਤਾ ਕਰਦਾ ਹੈ, ਜਦੋਂ ਮਨ ਗਿਰਦਾ ਹੈ, ਇਹ ਡਿੱਗਣ ਨਹੀਂ ਦਿੰਦਾ, ਤੇ ਬਾਹਰ ਵੀ ਸੰਸਾਰ ਕੰਮਾਂ ਵਿੱਚ ਵੀ ਸਾਡੀ ਸਹਾਇਤਾ ਕਰਦਾ ਹੈ। ਜਦੋਂ ਅਸੀਂ ਸਰੀਰ ਨੂੰ ਛੱਡਾਂਗੇ, ਉਹ ਵਾਹਿਗੁਰੂ ਅਕਾਲ ਪੁਰਖ ਉਦੋਂ ਵੀ ਸਾਡਾ ਸਾਥੀ ਹੋਏਗਾ। ਜਨ ਨਾਨਕ ਕੋ ਇਹ ਦਾਨ ਦਿਓ ਪ੍ਰਭ, ਪਾਵੋ ਸੰਤ ਰੇਨ ਉਰ ਧਾਰੀ। ਤੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜੀ, ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ हे ਪ੍ਰਭੂ, ਇਹ ਦਾਨ ਸਾਡੀ ਝੋਲੀ ਵਿੱਚ ਪਾਓ ਕਿ ਸਾਡੇ ਹਿਰਦੇ ਵਿੱਚ ਸਾਧ ਸੰਗਤ ਦੀ ਚਰਨ ਧੂੜ, ਭਾਵ ਸਾਧ ਸੰਗਤ ਦੇ ਬੋਲ, ਗੁਰੂ ਦੇ ਬੋਲ ਸਾਡੇ ਹਿਰਦੇ 'ਚ ਸਮਾਏ ਰਹਿਣ। ਇਹ ਕਿਰਪਾ ਕਰੋ। ਸਰਵਣੀ ਕਥਾ ਨੈਣ ਦਰਸ ਪੇਖੋ, ਸਾਡੀ ਇਹ ਅਵਸਥਾ ਬਣ ਜਾਏ, ਸਾਨੂੰ ਇਹ ਚੀਜ਼ ਮਿਲਦੀ ਰਵੇ, ਕੰਨਾਂ ਨਾਲ ਤੇਰੀ ਬਾਣੀ ਸੁਣਦੇ ਰਹੀਏ। ਨੈਣ ਦਰਸ ਪੇਖੋ, ਇਹਨਾਂ ਅੱਖਾਂ ਨਾਲ ਤੇਰੇ ਮੈਂ ਦਰਸ਼ਨ ਕਰਦਾ ਰਵਾਂ। ਮਸਤਕ ਗੁਰ ਚਰਨਾਰੀ, ਮੇਰਾ ਮੱਥਾ ਗੁਰੂ ਦੇ ਚਰਨਾਂ ਤੇ ਟਿਕਿਆ ਰਵੇ, ਭਾਵ ਮੇਰੇ ਦਿਮਾਗ ਦੇ ਵਿੱਚ ਗੁਰੂ ਦਾ ਮਾਰਗ ਹਮੇਸ਼ਾ ਬਣਿਆ ਰਹੇ। ਮੇਰਾ ਜੀਵਨ ਦੀ ਜਿਹੜੀ ਤੋਰ ਹੈ, ਮੇਰੇ ਜੀਵਨ ਦੀ ਚਾਲ ਜਿਹੜੀ ਹੈ, ਉਹ ਗੁਰੂ ਦੇ ਮਾਰਗ ਤੇ ਚੱਲਦਾ ਰਵਾਂ ਮੈਂ। ਇਹ ਕਿਰਪਾ ਕਰ ਦਿਓ, ਇਹ ਦਾਨ ਸਾਡੀ ਝੋਲੀ ਵਿੱਚ ਪਾਉਣਾ ਕਰੋ ਜੀ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ। ਆਸਾ ਘਰ ਦਸਵਾਂ, ਆਸਾ ਘਰ ਦਸਵਾਂ। ਮਹੱਲਾ ਪੰਜਵਾਂ। ਜਿਸ ਨੂੰ ਤੂੰ ਅਸਥਿਰ ਕਰ ਮਾਨੈ ਹੈ, ਤੂੰ ਅਸਥਿਰ ਕਰ ਮਨ ਤੇ ਪਾਹੁਨ ਦੁਦਾਹਾ, ਪਾਹੁਣ ਦੋ ਦਾਹਾ। ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ, ਸਭ ਮਿਥਿਆ ਅਸਨਾਹਾ। ਅਸਨਾਹਾ। ਰੇ ਮਨ ਕਿਆ ਕਰਹਿ ਹੈ ਹਾ ਹਾ, ਏ ਮਨ ਕਿਆ ਕਰਹਿ ਹੈ ਹਾ ਹਾ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ। ਇੱਕ ਰਾਮ ਭਜਨ ਲੈ ਲਾਹਾ, ਭਜਨ ਲੈ ਲਾਹਾ। ਰਹਾਉ ਜੈਸੇ ਬਸਤਰ ਦੇ ਉਡਾਨੇ, ਦਿਨ ਦੋਏ ਚਾਰ ਪੁਰਾਹਾ, ਚਾਰ ਪੁਰਾਹਾ। ਪੀਤ ਉਪਰੇ ਕੇਤਕ ਧਾਈਐ, ਕੇਤਕ ਧਾਈਐ। ਅੰਤ ਔਰ ਕੋ ਆਹਾ, ਔਰ ਕੋ ਆਹਾ। ਜੈਸੇ ਅੰਬ ਕੁੰਡ ਕਰ ਰਾਖਿਓ, ਅੰਬ ਕੁੰਡ ਕਰ ਰਾਖਿਓ। ਪਰਤ ਸਿੰਧ ਗਲ ਜਾਹਾ, ਸਿੰਧ ਗਲ ਜਾਹਾ। ਆਵਗ ਆਗਿਆ ਪਾਰ ਬ੍ਰਹਮ ਕੀ, ਉਠ ਜਾਸੀ ਮਹਤ ਚਸਾਹਾ। ਰੇ ਮਨ ਲਿਖੈ ਚਾਲੈ, ਲਿਖੈ ਵੈਸੈ, ਲਿਖੈ ਲੈਂਦਾ ਸਾਹਾ। ਸਦਾ ਕੀਰਤ ਕਰ ਨਾਨਕ ਹਰਿ ਕੀ, ਉਬਰੇ ਸਤਿਗੁਰ ਚਰਨ ਉਟਾਹਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਦਸਵਾਂ, ਮਹੱਲਾ ਪੰਜਵਾਂ। ਮਹਾਰਾਜ ਫਿਰ ਅਰਪਤਾ ਕਰਦੇ ਨੇ, ਵਿਸ਼ਾ ਬਦਲਦੇ ਨੇ ਬਾਣੀ ਦਾ। ਮਨੁੱਖ ਨੂੰ ਸਮਝਾਉਂਦੇ ਨੇ ਕਿ ਜਿਹਦਾ ਤੂੰ ਮਾਨ ਕਰੀ ਬੈਠਾ ਨਾ, ਇਸ ਦੇਹੀ ਦਾ, ਇਸ ਪਰਿਵਾਰ ਦਾ, ਇਹ ਦੋਸਤਾਂ ਮਿੱਤਰਾਂ ਦਾ, ਇਹ ਤੇਰਾ ਸਾਥ ਨਹੀਂ ਦੇਣਗੇ। ਜਿਹਨੂੰ ਤੂੰ ਸੱਚ ਮੰਨੀ ਬੈਠਾ ਹੈ, ਇਹ ਸੱਚ ਨਹੀਂ ਹੈ। ਅਰਪਤਾ ਕਰਦੇ ਨੇ ਮਹਾਰਾਜ ਕਿ ਇਹ ਜਿਹੜੇ ਦੁਨੀਆ ਦੇ ਅਨਸਵਾਦ ਨੇ, ਪਰਮਾਤਮਾ ਤੋਂ ਬਿਨਾ ਹੋਰ, ਇਹ ਸਾਰੇ ਸਥਿਰ ਨਹੀਂ ਹਨ। ਚੇਤੇ ਕਰਾਉਂਦੇ ਨੇ ਮਹਾਰਾਜ ਸਾਨੂੰ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਪ੍ਰਮਾਤਮਾ ਇੱਕ ਹੈ। ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ, ਸਤਿਗੁਰੂ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਉਹਦੀ ਪ੍ਰਾਪਤੀ ਹੁੰਦੀ।
ਆਸਾ ਘਰ ਦਸਵਾਂ, ਆਸਾ ਰਾਗ ਵਿੱਚ 10ਵੇਂ ਘਰ ਵਿੱਚ ਗਾਉਣ ਦੀ ਮਹਾਰਾਜ ਤਕੀਦ ਕਰਦੇ ਨੇ। ਨਾਲ ਪੰਚਮ ਪਾਤਸ਼ਾਹ ਦਾ ਇਹ ਸ਼ਬਦ, ਜਿਸਨੂੰ ਤੂੰ ਅਸਥਿਰ ਕਰ ਮਾਨੈ ਤੇ ਪਾਹੁਨ ਦੋ ਦਾਹਾ। ਮਹਾਰਾਜ ਕਹਿੰਦੇ ਜਿਹਨੂੰ ਤੂੰ ਸਥਿਰ ਮੰਨੀ ਬੈਠਾ ਨਾ ਇਸ ਦੇਹੀ ਨੂੰ, ਇਹ ਤਾਂ 2 ਦਿਨ ਦੀ ਪ੍ਰਾਹੁਣੀ ਹੈ। ਕਿਉਂਕਿ ਦੇਹੀ ਦਾ ਕੀ ਹੈ, ਸਵਾਸਾਂ ਦੀ ਲੜੀ ਨਾਲ ਜੁੜੀ ਹੋਈ ਹੈ। ਅੰਦਰ ਸਵਾਸ ਗਿਆ ਵਾਪਸ ਆਵੇ ਜਾਂ ਨਾ ਆਵੇ, ਕਿਉਂਕਿ 2 ਦਿਨਾਂ ਦਾ ਪ੍ਰਾਹੁਣਾ ਆਪਾਂ ਕਹਿੰਦੇ ਵੀ ਭਾਵ ਕੋਈ ਬੁਨਿਆਦ ਨਹੀਂ ਹੈ ਇਹਦੀ। ਅਸੀਂ ਨਹੀਂ ਕਹਿ ਸਕਦੇ ਕੱਲ ਨੂੰ ਹੋਵਾਂਗੇ ਜਾਂ ਨਹੀਂ ਹੋਵਾਂਗੇ, ਘਰੇ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ, ਕਿਸੇ ਨੂੰ ਨਹੀਂ ਪਤਾ, ਕੋਈ ਨਹੀਂ ਜਾਣ ਸਕਿਆ ਇਹਦੇ ਬਾਰੇ ਅਜੇ ਤੱਕ। ਪਰ ਕਹਿੰਦੇ ਇਹਨੂੰ ਤੂੰ ਸਥਿਰ ਮੰਨੀ ਬੈਠਾ ਹੈ। ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹਾ। ਜਿਹੜਾ ਤੂੰ ਸਨੇਹ ਲਈ ਬੈਠਾ ਨਾ ਵੀ ਮੇਰਾ ਬੜਾ ਪਿਆਰ ਹੈ ਮੇਰੇ ਪੁੱਤਰ ਨਾਲ, ਮੇਰੀ ਇਸਤਰੀ ਨਾਲ, ਮੇਰੇ ਕੁਟੁੰਬ ਨਾਲ, ਇਹ ਸਾਰੀ ਸਮੱਗਰੀ, ਇਹ ਮੇਰੀ ਜ਼ਮੀਨ, ਇਹ ਮੇਰੀ ਜਾਇਦਾਦ, ਇਹ ਮੇਰਾ ਮਕਾਨ, ਇਹ ਕੋਠੀਆਂ, ਇਹ ਕਹਿੰਦੇ ਸਾਰਾ ਕੁਝ ਮਿਥਿਆ ਹੈ, ਝੂਠ ਹੈ। ਅਸਨਾਹ, ਅਸਨਾਹ ਹੁੰਦਾ ਪ੍ਰੇਮ, ਇਹ ਪ੍ਰੇਮ ਸਾਰਾ ਹੀ ਝੂਠਾ ਹੈ, ਇਹ ਸੱਚਾ ਪ੍ਰੇਮ ਨਹੀਂ ਹੈ, ਇਹ ਝੂਠਾ ਪ੍ਰੇਮ ਹੈ ਸਾਰਾ। ਮਹਾਰਾਜ ਕਹਿੰਦੇ ਚੇਤੇ ਕਰਾਉਂਦੇ ਨੇ ਸਾਨੂੰ ਮਹਾਰਾਜ, ਰੇ ਮਨ ਕਿਆ ਕਰੇ ਹੈ ਹਾਹਾ। ਐ ਮਨਾ ਕਿਉਂ ਤੂੰ ਹਾਹਾ ਕਰਦਾ ਹੈ, ਭਾਵ ਕਾਹਦੇ ਉੱਚੀ ਉੱਚੀ ਪਿਆ ਹੱਸਦਾ ਕਿ ਵੀ ਮੇਰੇ ਕੋਲੇ ਆ ਹੈ, ਮੇਰੇ ਕੋਲੇ ਆ ਹੈ, ਤਾੜੀਆਂ ਮਾਰ ਮਾਰ ਕੇ ਹੱਸਦਾ ਅੰਦਰ ਬਾਹਰੋਂ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹਾ। ਕਿਨੇ ਧਿਆਨ ਨਾਲ ਦੇਖ, ਇਹ ਸੰਸਾਰ ਹਰ ਚੰਦੌਰੀ ਵਰਗਾ ਹੈ। ਹਰ ਚੰਦੌਰੀ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਹਰ ਚੰਦੌਰੀ ਉਹਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਾਰੂ ਥਲ ਦੇ ਵਿੱਚ ਬਹੁਤ ਸਾਰਾ ਗੁਬਾਰ ਹਵਾ ਨਾਲ ਜਦੋਂ ਉੱਪਰ ਚੜ ਜਾਂਦਾ ਰੇਤਾ, ਉਹ ਦੂਰੋਂ ਇੰਜ ਲੱਗਦਾ ਜਿਵੇਂ ਕੋਈ ਪਿੰਡ ਵਸਿਆ ਹੋਵੇ। ਉਹਨੂੰ ਮਿਥਿਹਾਸਕ ਤੌਰ ਤੇ ਰਾਜਾ ਹਰੀਸ਼ਚੰਦ ਦੀ ਪਿੰਡ ਕਹਿੰਦੇ ਨੇ। ਉਹ ਕਹਿੰਦੇ ਕਿ ਰਾਜਾ ਹਰੀਸ਼ਚੰਦ ਜਦੋਂ ਇਸ ਸੰਸਾਰ ਤੋਂ ਜਾਣ ਲੱਗਿਆ, ਉਹ ਆਪਣੀ ਨਗਰੀ ਸਮੇਤ ਗਿਆ ਤੇ ਕਹਿੰਦੇ ਉਹਦੇ ਗਧੇ ਹੀਂਕ ਪਏ। ਮਿਥਿਹਾਸਕ ਘਟਨਾ ਹੈ, ਮਿਥਿਹਾਸ ਵਿੱਚ ਆਉਂਦਾ, ਉਹਨੂੰ ਨੂੰ ਇਸ਼ਾਰਾ ਕਰਦੇ ਨੇ ਮਹਾਰਾਜ। ਤੇ ਹਰੀਚੰਦ ਨੂੰ ਹੰਕਾਰ ਹੋ ਗਿਆ ਕਿ ਮੇਰੇ ਗਧੇ ਵੀ, ਮੇਰੇ ਤੇ ਖੋਤੇ ਵੀ ਸਵਰਗ ਨੂੰ ਚੱਲੇ। ਕਹਿੰਦੇ ਉੱਥੇ ਰੁਕ ਗਈ, ਉਹ ਇਸ ਤਰ੍ਹਾਂ ਹੀ ਤੁਰੀ ਫਿਰਦੀ, ਪਰ ਉਹ ਦੇਖਣ ਨੂੰ ਲੱਗਦਾ ਜਿਵੇਂ ਕਿ ਬਹੁਤ ਵੱਡਾ ਕੋਈ ਪਿੰਡ ਵਸਿਆ ਹੋਵੇ। ਜਦੋਂ ਨੇੜੇ ਜਾਈਏ ਪਤਾ ਲੱਗਦਾ ਇਹ ਤੇ ਮਿੱਟੀ ਹੈ, ਹੋਰ ਕੁਝ ਵੀ ਨਹੀਂ। ਕਹਿੰਦੇ ਇਹ ਸੰਸਾਰ ਵੀ ਇਸ ਤਰ੍ਹਾਂ ਹੀ ਹੈ, ਦੇਖਣ ਨੂੰ ਲੱਗਦਾ ਹੈ ਬੜਾ ਸੋਹਣਾ ਹੈ, ਬੜਾ ਵਧੀਆ ਹੈ, ਪਰ ਜਦੋਂ ਇਹਦੀ ਅਸਲੀਅਤ ਨੂੰ ਜਾਣਿਆ ਤਾਂ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਇੱਕ ਰਾਮ ਨਾਮ, ਇੱਕ ਰਾਮ ਭਜਨ ਲੈ ਲਾਹਾ। ਤੇਰੀ ਦੇਹੀ ਵੀ ਤੇਰਾ ਸਾਥ ਨਹੀਂ ਦੇਗੀ, ਇਹ ਦੋਸਤ ਮਿੱਤਰ ਭੈਣ ਭਰਾ ਵੀ ਸਾਥ ਨਹੀਂ ਦੇਣਗੇ, ਤੇ ਜਿੰਨਾ ਚਿਰ ਤੂੰ ਦੇਹੀ ਤੇਰੇ ਕੋਲੇ ਹੈ। ਤੇ ਮਾਰੇ ਕਹਿੰਦੇ ਇਸ ਹਰੀ ਚੰਦੌਰੀ ਵੱਲ ਨਾ ਵੇਖੀ ਚੱਲ, ਇਹ ਦੁਨੀਆ ਵੱਲ ਨਾ ਵੇਖੀ ਚੱਲ, ਤੇ ਪ੍ਰਮਾਤਮਾ ਨਾਮ ਜਪ, ਲਾਹਾ ਲੈ ਲੈ ਜਿੰਨਾ ਚਿਰ ਤੇਰੇ ਕੋਲ ਸਮਾਂ ਮਿਲਦਾ ਹੈ। ਇਹਦਾ ਲਾਹਾ ਲੈ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਨਹੀਂ ਤੇ ਫਿਰ ਜੀਵਨ ਤੇ ਲੰਘ ਰਿਹਾ ਹੈ, ਕਿਉਂਕਿ ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਰਹਾਓ ਜੈਸੇ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੁਰਾਹਾ। ਭੀਤ ਓਪਰੇ ਕੇਤ ਕਧਾਈਐ ਅੰਤ ਔਰ ਕੋ ਆਹਾ। ਮਰਜ ਅਗਲੇ ਫਿਰ 2 ਉਦਾਹਰਨਾਂ ਹੋਰ ਦਿੰਦੇ ਨੇ। ਕਹਿੰਦੇ ਵੇਖ ਭਾਈ, ਜੈਸੇ ਬਸਤਰ ਦੇ ਉਡਾਨੇ, ਜਿਵੇਂ ਦੇਹੀ ਉੱਤੇ ਆਪਾਂ ਬਸਤਰ ਪਾਉਨੇ ਆ, 2-4 ਦਿਨਾਂ ਬਾਅਦ, 2-4 ਸਾਲਾਂ ਬਾਅਦ ਆਪਾਂ ਵੇਖਦੇ ਆਪਾਂ ਨਵੇਂ ਪਾ ਲੈਂਦੇ ਆ, ਉਹ ਭੁਰ ਜਾਂਦੇ ਨੇ, ਫਟ ਜਾਂਦੇ ਨੇ। ਇਸੇ ਤਰ੍ਹਾਂ ਹੀ ਦੇਹੀ ਹੈ। ਤੇ ਦੂਜੀ ਗੱਲ, ਭੀਤ ਓਪਰੇ ਕੇਤ ਕਧਾਈ ਹੈ। ਇੱਕ ਕੰਧ ਉੱਤੇ ਕਿੰਨਾ ਕੁ ਚਿਰ ਭੱਜੇਗਾ, ਅਖੀਰ ਨੂੰ ਉਹਦਾ ਓੜਕ ਆ ਜਾਏਗਾ, ਉਹਦਾ ਸਿਰਾ ਆ ਜਾਏਗਾ, ਫਿਰ ਕੀ ਕਰੇਗਾ। ਭਾਵ ਇਹ ਕੰਧ ਵਾਂਗੂ ਹੀ ਹੈ, ਤੈਨੂੰ ਸਮਾਂ ਮਿਲਿਆ ਇੰਨੇ ਕੁ ਤੱਕ ਦਾ, ਇੰਨੇ ਕੁ ਸਵਾਸ ਮਿਲੇ ਨੇ, ਉਹਦੇ ਵਿੱਚ ਤੂੰ ਆਪਣੇ ਜੀਵਨ ਨੂੰ ਸਵਾਰ ਸਕਦਾ ਹੈ। ਫਿਰ ਤੇ ਅੰਤ ਆ ਜਾਏਗਾ, ਫਿਰ ਤੇ ਕੰਧ ਤੇ ਕਿੰਨਾ ਚਿਰ ਦੌੜ ਸਕਦਾ ਹੈ, ਅਖੀਰ ਨੂੰ ਤੇ ਉਹਦਾ ਅੰਤ ਆ ਜਾਏਗਾ। ਕਹਿੰਦੇ ਜੈਸੇ ਅੰਬ ਕੁੰਭ ਕਰ ਰਾਖਿਓ ਪਰਤ ਸਿੰਧ ਗਲ ਜਾਹਾ। ਆਪ ਆਗਿਆ ਪਾਰ ਬ੍ਰਹਮ ਕੀ ਉੱਠ ਜਾਸੀ ਮੋਹਤ ਚਸਾਹਾ। ਮਹਾਰਾਜ ਫਿਰ ਸਾਨੂੰ ਚੇਤੇ ਕਰਾਉਂਦੇ ਨੇ ਕਿ ਜਿਸ ਤਰ੍ਹਾਂ ਪਾਣੀ ਵਿੱਚ ਨਮਕ ਦੀ ਡਲੀ ਰੱਖ ਦਈਏ ਉਸ ਵੇਲੇ ਖੁਰ ਜਾਂਦੀ, ਕਹਿੰਦੇ ਇਸੇ ਤਰ੍ਹਾਂ ਹੀ ਆਪ ਆਗਿਆ ਪਾਰ ਬ੍ਰਹਮ ਕੀ,
ਜਦੋਂ ਉਸ ਪ੍ਰਭੂ ਦੀ ਆਗਿਆ ਹੋ ਗਈ, ਉਹਦਾ ਸੁਨੇਹਾ ਆ ਗਿਆ, ਮੌਤ ਆ ਗਈ, ਉੱਠ ਜਾਸੀ ਮੌਤ ਸਾਹਾ, ਕਹਿੰਦੇ ਮੌਤ ਸਾਹਾ ਘੜੀ ਪਲ ਸਕਿੰਟ ਹੀ ਲੱਗਣੇ ਐ, ਇਹ ਦੇਹੀ ਨੂੰ ਛੱਡ ਕੇ ਫਿਰ ਜਾਣਾ ਪਏਗਾ। ਰੇ ਮਨ ਲੇਖੈ ਚਾਲੈ ਲੇਖੈ ਬੈਸੈ ਲੇਖੈ ਲੈਂਦਾ ਸਾਹਾ। ਮਨ ਨੂੰ ਸਮਨ ਹੋ ਗਏ ਮਹਾਰਾਜ, ਮਨਾ ਇਹ ਸਾਰਾ ਕੁਝ ਤੇਰਾ ਲੇਖੇ ਵਿੱਚ ਹੈ। ਭਾਵ ਗਿਣਤੀ ਮਿਣਤੀ ਵਿੱਚ ਹੀ ਨੇ ਤੇਰੇ ਸਵਾਸ, ਤੇ ਗਿਣਤੀ ਮਿਣਤੀ ਵਿੱਚ ਤੂੰ ਬੈਠਦਾ ਉੱਠਦਾ ਹੈ, ਤੇ ਗਿਣਤੀ ਦੇ ਤੇਰੇ ਸਵਾਸ ਨੇ। ਲੇਖੇ ਚਾਲੈ, ਜਿਹੜਾ ਤੇਰਾ ਚੱਲਣਾ ਤੁਰਨਾ ਫਿਰਨਾ ਵੀ ਲੇਖੇ ਵਿੱਚ ਹੀ, ਵੀ ਇੰਨਾ ਕੁ ਚਿਰ ਚੱਲ ਸਕਦਾ ਹੈ। ਮੈਨੂਫੈਕਚਰ ਜਦੋਂ ਬਣਦਾ ਗੱਡੀ ਦਾ, ਉਹਦਾ ਨਾਲ ਦੀ ਨਾਲ ਪਤਾ ਲੱਗਦਾ ਵੀ ਇਸ ਤੋਂ ਬਾਅਦ ਇਹ ਕੰਡਮ ਹੋ ਜਾਏਗੀ। ਇਹਦਾ ਵੀ ਮੈਨੂਫੈਕਚਰ ਜਦੋਂ ਬਣਦਾ ਹੈ, ਉਸ ਤੋਂ ਬਾਅਦ ਕੰਡਮ ਹੈ। ਜਿੰਨਾ ਮਰਜ਼ੀ ਸਵਾਸ ਜਿੰਨੇ ਉਹਨੇ ਲੈਣੇ ਨੇ, ਉਸ ਤੋਂ ਬਾਅਦ ਨਾ ਕੋਈ ਦਵਾ ਸਕਦਾ, ਭਾਵੇਂ ਜਿਹਦੇ ਤੇ ਮਰਜ਼ੀ ਪਾਈ ਰੱਖੋ ਉਹਨੂੰ, ਬਣਾਉਟੀ ਸਾਹ ਦਿੰਦੇ ਰਹੋ, ਜੋ ਮਰਜ਼ੀ ਕਰਦੇ ਰਹੋ, ਬਚਦਾ ਨਹੀਂ, ਫਿਰ ਕੁਝ ਨਹੀਂ ਕਰ ਸਕਦਾ। ਤੇ ਜੇ ਉਹਨੇ ਬਚਣਾ ਹੈ, ਦੁਨੀਆ ਦੀ ਕੋਈ ਤਾਕਤ ਉਹਨੂੰ ਮਾਰ ਨਹੀਂ ਸਕਦੀ। ਪਰ ਭਾਵ ਹੈ ਬਿਨ ਸਾਸ ਤੇ ਰੱਖ ਹੈ, ਜਦੋਂ ਉਹ ਕਿਰਪਾ ਕਰਦਾ, ਜਦੋਂ ਬਖਸ਼ਿਸ਼ ਕਰਦਾ, ਕਹਿੰਦੇ ਸਾਰਾ ਕੁਝ ਲੇਖੇ ਵਿੱਚ ਹੈ ਤੇਰਾ। ਭਾਵ ਗਿਣਤੀ ਮਿਣਤੀ ਚ ਹੈ। ਸਦਾ ਕੀਰਤ ਕਰ ਨਾਨਕ ਹਰ ਕੀ, ਉਬਰੇ ਸਤਿਗੁਰ ਚਰਨ ਉਟਾਹਾ। ਅਖੀਰ ਵਿੱਚ ਪੰਚਮ ਪਾਤਸ਼ਾਹ ਉਪਦੇਸ਼ ਦਿੰਦੇ ਨੇ ਕਿ ਮਨਾ ਸਦਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਕਰ, ਵਡਿਆਈ ਕਰ, ਉਹਦੇ ਗੁਣਾਂ ਨਾਲ ਸਾਂਝ ਪਾ, ਤਾਂ ਤੂੰ ਸਤਿਗੁਰੂ ਦੇ ਚਰਨ ਤੇ ਓਟ ਆਸਰਾ ਲੈ ਕੇ ਸੰਸਾਰ ਤੋਂ ਉੱਭਰ ਸਕਦਾ ਹੈ। ਫਿਰ ਤੂੰ ਜਿਉਂਦੇ ਜੀ ਮੁਕਤ ਹੋ ਸਕਦਾ ਹੈ, ਤਾਂ ਤੂੰ ਇਸ ਚੱਕਰ ਚੋਂ ਬਾਹਰ ਹੋ ਸਕਦਾ ਹੈ। ਨਹੀਂ ਤੇ ਇਹ ਚੱਕਰ 'ਚ ਤੇ ਫਿਰ ਪਿਆ ਹੋਇਆ ਜੰਮਣ ਮਰਨ ਦੇ ਗੇੜ 'ਚ ਇਹ ਚੱਲਦਾ ਰਹੇਗਾ। ਇਹ ਚੋਂ ਜੇ ਬਾਹਰ ਨਿਕਲਣਾ ਚਾਹੁੰਦਾ, ਸਤਿਗੁਰੂ ਦੀ ਓਟ ਲੈ, ਉਹਦਾ ਆਸਰਾ ਲੈ। ਸੋ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम हम बारक हर प्रभ के हैं ए आणे, हम बारक हर प्रभ के हैं ए आणे।